ਸਤਨਾਮ ਵਾਹਿਗੁਰੂ। ਧੰਨ ਵਾਹਿਗੁਰੂ ਸਾਹਿਬ ਜੀ। ਮੇਰਾ ਤਨ ਅਰ ਧਨ, ਮੇਰਾ ਰਾਜ ਰੂਪ ਮੈਂ ਦੇਸ। ਸੁਤ ਦਾਰਾ ਬਨਤਾ ਅਨੇਕ, ਬਹੁਤ ਰੰਗ ਅਰ ਵੇਸ। ਹਰ ਨਾਮ ਹਿਰਦੈ ਨਾ ਵਸਈ, ਕਾਰਜ ਕੀਤੈ ਨਾ ਲੇਖ। ਮੇਰੇ ਮਨ ਹਰ ਹਰ ਨਾਮ ਧਿਆਏ, ਕਰ ਸੰਗਤ ਨਿਤ ਸਾਧ ਕੀ। ਗੁਰ ਚਰਣੀ ਚਿਤ ਲਾਏ। ਗੁਰੂ ਰੂਪ, ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ, ਪੁਰਸ਼ ਮਾਣ ਕਰਦਾ ਹੈ ਤੇ ਆਖਦਾ ਹੈ, ਇਹ ਸਰੀਰ ਮੇਰਾ ਹੈ, ਇਹ ਰਾਜ ਮੇਰਾ ਹੈ, ਮੈਂ ਰੂਪ ਵਾਲਾ ਹਾਂ, ਮੇਰੀ ਇਸਤਰੀ ਹੈ, ਮੇਰੇ ਪੁੱਤਰ ਹਨ, ਮੈਨੂੰ ਵੱਡੀਆਂ ਮੌਜਾਂ ਹਨ ਅਤੇ ਮੇਰੇ ਕੋਲ ਕਈ ਪੁਸਾਕਾਂ ਹਨ। ਪਰ ਮਨ ਵਿੱਚ ਵਾਹਿਗੁਰੂ ਦਾ ਨਾਮ ਨਹੀਂ ਵਸਦਾ ਤਾਂ ਇਹ ਪਦਾਰਥ ਕਿਸੇ ਕੰਮ ਦੇ ਨਹੀਂ। ਨਾ ਸਮਝ ਮਨ, ਵਾਹਿਗੁਰੂ ਦਾ ਨਾਮ ਸਿਮਰ, ਸਦਾ ਗੁਰੂ ਦੀ ਸੰਗਤ ਕਰ ਤੇ ਗੁਰੂ ਦੇ ਚਰਨਾਂ ਵਿੱਚ ਚਿੱਤ ਜੋੜ। ਸਾਧ ਸੰਗਤ ਜੀ, ਸੁਖਮਨੀ ਦੇ ਪਾਠ ਦੀਆਂ 3 ਅਸ਼ਟਪਦੀਆਂ ਤੇ ਵਿਚਾਰਾਂ ਹੋਈਆਂ। ਪਹਿਲੀ ਅਸ਼ਟਪਦੀ ਵਿੱਚ ਵਾਹਿਗੁਰੂ ਦੇ ਸਿਮਰਨ ਦੀ ਮਹਾਨਤਾ, ਉਸ ਦੇ ਗੁਣ ਅਤੇ ਸਿਮਰਨ ਕਰਨ ਵਾਲਿਆਂ ਨੂੰ ਉਸ ਦੇ ਫਲ ਦੀ ਪ੍ਰਾਪਤੀ ਦਾ ਵਰਣਨ ਹੈ। ਸਿਮਰਨ ਦੀ ਮਹਿਮਾ ਕਥਨ ਨਹੀਂ ਕੀਤੀ ਜਾ ਸਕਦੀ। ਸਭ ਕੁਝ ਸਿਮਰਨ ਆਸਰੇ ਸੁਭਾਏਮਾਨ ਹੈ। ਸਾਧ ਸੰਗਤ ਜੀ, ਦੂਜੀ ਅਸ਼ਟਪਦੀ ਵਿੱਚ ਹਰੀ ਦਾ ਨਾਮ ਸਭ ਪਦਾਰਥਾਂ ਤੋਂ ਸ੍ਰੇਸ਼ਟ ਹੈ। ਇਸ ਦੇ ਬਰਾਬਰ ਹੋਰ ਕੋਈ ਵਸਤੂ ਨਹੀਂ ਪੁੱਜ ਸਕਦੀ। ਸਤਿਗੁਰੂ ਕਿਰਪਾ ਕਰੇ ਤਾਂ ਉਸ ਦੇ ਉਪਦੇਸ਼ ਦੁਆਰਾ ਨਾਮ ਦੀ ਪ੍ਰਾਪਤੀ ਹੁੰਦੀ ਹੈ। ਗੁਰਮੁਖ ਜਨੋ, ਤੀਜੀ ਅਸ਼ਟਪਦੀ ਵਿੱਚ ਕਰਮ ਧਰਮ ਤੇ ਰਹਿਣੀ ਬਹਿਣੀ ਪਵਿੱਤਰ ਤੇ ਸ੍ਰੇਸ਼ਟ ਹੈ, ਜਿਸ ਵਿੱਚ ਪ੍ਰਭੂ ਦਾ ਨਾਮ ਹੈ। ਪ੍ਰਭੂ ਦੇ ਨਾਮ ਨਾਲ ਹਿਰਦੈ ਰੂਪੀ ਅਸਥਾਨ ਪਵਿੱਤਰ ਤੇ ਪਾਵਨ ਹੁੰਦਾ ਹੈ। ਗੁਰੂ ਦੇ ਪਿਆਰਿਓ, ਚੌਥੀ ਅਸ਼ਟਪਦੀ ਦੇ 4 ਪਦਿਆਂ ਤੱਕ ਵਿਚਾਰ ਕਰੀਏ। ਸਤਿਗੁਰੂ ਜੀ ਆਪ ਹੀ ਮਿਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ। ਨਿਰਗੁਣੀਆਰ ਇਆਣਿਆ, ਸੋ ਪ੍ਰਭ ਸਦਾ ਸਮਾਲ। ਜਿਨ ਕੀਆ ਤਿਸ ਚੀਤ ਰਖ, ਨਾਨਕ ਨਿਭਈ ਨਾਲ। ਨਿਰਗੁਣੀਆਰ ਯਾਨੀ ਗੁਣਹੀਨ ਪੁਰਸ਼, ਇਆਨਿਆ ਯਾਨੀ ਛੋਟੀ ਬੁੱਧੀ ਵਾਲੇ ਬੱਚਿਆਂ, ਸਮਾਲ ਯਾਨੀ ਯਾਦ ਕਰ। ਨਿਰਗੁਣੀਆਰ ਇਆਨਿਆ, ਸੋ ਪ੍ਰਭ ਸਦਾ ਸਮਾਲ। ਜਿਨ ਕੀਆ ਤਿਸ ਚੀਤ ਰਖ, ਨਾਨਕ ਨਿਭਈ ਨਾਲ। ਹੇ ਬੱਚੇ ਦੀ ਤਰ੍ਹਾਂ ਥੋੜੀ ਬੁੱਧੀ ਵਾਲੇ ਗੁਣਹੀਨ ਪੁਰਸ਼, ਉਸ ਮਾਲਕ ਪ੍ਰਭੂ ਨੂੰ ਸਦਾ ਯਾਦ ਰੱਖੋ ਜਿਸ ਨੇ ਤੈਨੂੰ ਪੈਦਾ ਕੀਤਾ ਹੈ। ਉਸ ਨੂੰ ਹਿਰਦੇ ਵਿੱਚ ਵਸਾ, ਉਹ ਤੇਰੇ ਨਾਲ ਤੋੜ ਤੱਕ ਪਹੁੰਚੇਗਾ।
ਤਾਤਪਰਯ ਇਹ ਹੈ, ਜਨਮ ਵੇਲੇ ਜੋ ਸਰੀਰ ਇਸ ਜੀਵਨ ਦੇ ਨਾਲ ਆਉਂਦਾ ਹੈ ਉਹ ਅਤੇ ਸੰਬੰਧੀ ਤੇ ਪਦਾਰਥ ਆਦਿਕ ਜੋ ਸੰਸਾਰ ਵਿੱਚ ਇਸ ਨੂੰ ਪ੍ਰਾਪਤ ਹੁੰਦੇ ਹਨ ਉਹ ਸਭ ਇੱਥੇ ਹੀ ਰਹਿ ਜਾਂਦੇ ਹਨ। ਕੇਵਲ ਪਰਮਾਤਮਾ ਦਾ ਨਾਮ ਹੀ ਨਾਲ ਨਿਭਦਾ ਹੈ। ਜਿਨ ਕੀਆ ਤਿਸ ਚੀਤ ਰਖ, ਨਾਨਕ ਨਿਭਹੀ ਨਾਲ। ਜਿਵੇਂ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਔਰੰਗਜ਼ੇਬ ਦੀ ਕੈਦ ਸਮੇਂ ਦਿੱਲੀ ਤੋਂ ਸਿੱਖ ਸੰਗਤਾਂ ਅਤੇ ਆਪਣੇ ਪਰਿਵਾਰ ਨੂੰ ਲਿਖ ਕੇ ਭੇਜਿਆ ਸੀ। ਔਰੰਗਜ਼ੇਬ ਦਿੱਲੀ ਦਾ ਮੁਗਲ ਬਾਦਸ਼ਾਹ ਬੜਾ ਕੱਟੜ ਤੂਅਸਬੀ ਮੁਸਲਮਾਨ ਸੀ। ਉਹ ਸਾਰੇ ਭਾਰਤ ਵਰਸ਼ ਦੇ ਹਿੰਦੂਆਂ ਨੂੰ ਮੁਸਲਮਾਨ ਕਰਨ ਵਾਸਤੇ ਉਹਨਾਂ ਉੱਤੇ ਬਹੁਤ ਜ਼ੁਲਮ ਕਰਦਾ ਸੀ। ਪ੍ਰਸਿੱਧ ਮੰਦਰ ਢਾਹ ਕੇ ਮਸੀਤਾਂ ਬਣਾਈਆਂ ਜਾਂਦੀਆਂ ਸੀ ਅਤੇ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨੂੰ ਮਸੀਤਾਂ ਦੀਆਂ ਪੌੜੀਆਂ ਵਿੱਚ ਲਾ ਕੇ ਹਿੰਦੂਆਂ ਦੀ ਅਣਖ ਨੂੰ ਮੇਟ ਰਿਹਾ ਸੀ। ਇਸੇ ਸੰਬੰਧ ਵਿੱਚ ਹੀ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਜੀ ਨੂੰ ਫੜ ਕੇ ਆਪਣੇ ਬੰਦੀਖਾਨੇ ਵਿੱਚ ਬੰਦ ਕਰ ਦਿੱਤਾ ਅਤੇ ਕਈ ਪ੍ਰਕਾਰ ਦੇ ਕਸ਼ਟ ਦੇ ਕੇ ਆਪ ਜੀ ਨੂੰ 3 ਗੱਲਾਂ ਲਿਖ ਕੇ ਆਪਣੇ ਅਹਿਲਕਾਰ ਕਾਜੀ ਹੱਥ ਭੇਜੀਆਂ। ਕੋਈ ਕਰਾਮਾਤ ਵਿਖਾਓ ਜਾਂ ਮੁਸਲਮਾਨ ਹੋ ਜਾਓ। ਜੇ ਇਹਨਾਂ ਦੋਹਾਂ ਗੱਲਾਂ ਵਿੱਚੋਂ ਕੋਈ ਪ੍ਰਵਾਨ ਨਹੀਂ ਹੈ ਤਾਂ ਕਤਲ ਵਾਸਤੇ ਤਿਆਰ ਹੋ ਜਾਓ। ਇਸ ਦੇ ਉੱਤਰ ਵਿੱਚ ਗੁਰੂ ਜੀ ਨੇ ਆਖਿਆ, ਹੇ ਬਾਦਸ਼ਾਹ, ਅਸੀਂ ਤੇਰੀ ਤੀਸਰੀ ਗੱਲ ਅਨੁਸਾਰ ਸ਼ਹੀਦ ਹੋਣ ਵਾਸਤੇ ਤਿਆਰ ਹਾਂ। ਇਹ ਸਾਨੂੰ ਪ੍ਰਵਾਨ ਹੈ, ਪਰ ਤੇਰੀਆਂ ਪਹਿਲੀਆਂ 2 ਸ਼ਰਤਾਂ ਕਰਾਮਾਤ ਵਿਖਾਉਣੀ ਜਾਂ ਮੁਸਲਮਾਨ ਹੋਣਾ ਕੋਈ ਵੀ ਸਾਨੂੰ ਪ੍ਰਵਾਨ ਨਹੀਂ ਹੈ। ਆਪ ਜੀ ਦਾ ਇਹ ਉੱਤਰ ਸੁਣ ਕੇ ਔਰੰਗਜ਼ੇਬ ਨੇ ਆਪ ਜੀ ਨੂੰ ਸ਼ਹੀਦ ਕਰਨ ਵਾਸਤੇ ਹੁਕਮ ਦੇ ਦਿੱਤਾ। ਔਰੰਗਜ਼ੇਬ ਦਾ ਇਹ ਫੈਸਲਾ ਸੁਣ ਕੇ ਆਪ ਜੀ ਨੇ ਸਿੱਖ ਸੰਗਤਾਂ, ਮਾਤਾ ਜੀ ਅਤੇ ਸਾਹਿਬਜ਼ਾਦਿਆਂ ਪ੍ਰਤੀ 57 ਸ਼ਲੋਕ ਲਿਖ ਕੇ ਭੇਜੇ, ਜਿਨ੍ਹਾਂ ਵਿੱਚ ਸੰਸਾਰ ਦੀ ਸੁਪਨ ਸਮਾਨ ਗਤੀ ਨੂੰ ਦੱਸ ਕੇ ਅੰਤ ਫਰਮਾਇਆ ਕਿ ਜੀਵ ਦੇ ਨਾਲ ਅੰਤ ਨੂੰ ਪਰਮਾਤਮਾ ਦਾ ਨਾਮ ਸਹਾਈ ਹੁੰਦਾ ਹੈ। ਨਾਮ ਰਿਓ ਸਾਧੂ ਰਿਓ, ਰਹਿਓ ਗੁਰੂ ਗੋਬਿੰਦ। ਕਹੋ ਨਾਨਕ ਇਹ ਜਗਤ ਮੈਂ, ਕਿਨ ਜਪਿਓ ਗੁਰੂ ਮੰਤ। ਅਸ਼ਟਪਦੀ। रमैया के गुण चेत परानी, कवल मूल ते कवल दृष्टानी। जिन तू साज सवार सिगारिया, गर्भ गगन मह जिन्हें उबारिया। बार विवस्था तुझे प्यारे दूध, भर जोबन भोजन सुख सूध। बिरद भया ऊपर साक सैन, मुख अपआओ बैठ को दैन। एह निर्गुण गुण कछु ना बूझै, बख्श ले हो तो नानक सीझै। रमैया यानी जो सब विच रम ਰਿਹਾ ਹੈ, यानी परमात्मा। चेत यानी याद कर। प्राणी यानी जो प्राणा दे आसरे है। कवन
यानी किस, मूल यानी अमल तो, दृष्टानी यानी विखाई है, बार यानी बालक, सुध यानी सुध खबरदारी, अपवाओ यानी भोजन, बैठको यानी बैठे बिठाए नूं, दैन यानी दिंदे हन, सिजै यानी कल्याण होवेगी। रमैया के गुण चेत परानी, कवन मूल ते कवल दृष्टानी। हे प्राणी, परमात्मा ਦੇ ਗੁਣਾਂ ਨੂੰ ਚੇਤੇ ਕਰ। ਕਿਸ ਮੂਲ ਬੂੰਦ ਤੋਂ ਤੈਨੂੰ ਕੀ ਕਰ ਵਿਖਾਇਆ ਹੈ। ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮਹਿ ਜਿਨੈ ਉਬਾਰਿਆ। ਜਿਸ ਨੇ ਤੈਨੂੰ ਰਚ ਕੇ ਸੁੰਦਰ ਅੰਗਾਂ ਨਾਲ ਸਜਾਇਆ ਹੈ, ਮਾਤਾ ਦੀ ਗਰਭ ਅਗਨੀ ਵਿੱਚ ਜਿਸ ਨੇ ਤੈਨੂੰ ਬਚਾਇਆ, ਤੇਰੀ ਰੱਖਿਆ ਕੀਤੀ। ਬਾਰ ਵਿਵਸਥਾ ਤੁਝੈ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਧ। ਬਾਲਕ ਉਮਰਾਂ ਵਿੱਚ ਤੈਨੂੰ ਮਾਤਾ ਦੇ ਥਣਾਂ ਵਿੱਚੋਂ ਦੁੱਧ ਪਿਲਾਉਂਦਾ ਹੈ, ਭਰ ਜਵਾਨੀ ਵਿੱਚ ਤੇਰੇ ਭੋਜਨ ਤੇ ਸੁੱਖਾਂ ਦੀ ਖਬਰਦਾਰੀ ਰੱਖਦਾ ਹੈ। ਬਿਰਧ ਭਇਆ ਊਪਰ ਸਾਕ ਸੈਨ, ਮੁਖ ਅਪਾਉ ਬੈਠ ਕੋ ਦੈਨ। ਬੁੱਢਾ ਹੋ ਗਿਆ ਤਾਂ ਪੁੱਤ ਧੀਆਂ ਸੰਬੰਧੀ ਉੱਪਰ ਕਰ ਦਿੱਤੇ ਤੇਰੀ ਸੰਭਾਲ ਵਾਸਤੇ, ਜੋ ਬੈਠੇ ਬਿਠਾਏ ਨੂੰ ਮੂੰਹ ਵਿੱਚ ਭੋਜਨ ਦਿੰਦੇ ਹਨ। ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ ਲਿਓ ਤੋ ਨਾਨਕ ਸੀਝੈ। ਇਹ ਗੁਣਹੀਨ ਪੁਰਸ਼ ਪਰਮਾਤਮਾ ਦਾ ਕੁਛ ਗੁਣ ਪਰਉਪਕਾਰ ਨਹੀਂ ਸਮਝਦਾ। ਗੁਰੂ ਜੀ ਫਰਮਾਉਂਦੇ ਹਨ, ਹੇ ਨਿਰੰਕਾਰ, ਜੇ ਤੁਸੀਂ ਬਖਸ਼ ਲਓਗੇ ਤਾਂ ਇਸ ਦੀ ਕਲਿਆਣ ਹੋਏਗੀ। ਤਾਤਪਰਯ ਇਹ ਹੈ, ਇਸ ਜੀਵ ਉੱਪਰ ਪਰਮਾਤਮਾ ਦੇ ਇਤਨੇ ਪਰਉਪਕਾਰ ਹਨ ਕਿ ਇਹ ਅਗਿਆਨੀ ਉਹਨਾਂ ਨੂੰ ਕੁਝ ਸਮਝਦਾ ਹੀ ਨਹੀਂ, ਜਿਸ ਕਰਕੇ ਇਹ ਅਕਿਰਤ ਘਣ ਹੋ ਗਿਆ ਹੈ। ਐਸੇ ਪੁਰਸ਼ ਦੀ ਜੋ ਆਪਣੇ ਦਾਤੇ ਦੇ ਗੁਣਾਂ ਨੂੰ ਯਾਦ ਕਰਕੇ ਉਸ ਦਾ ਧੰਨਵਾਦ ਨਹੀਂ ਕਰਦਾ, ਪ੍ਰਭੂ ਆਪ ਹੀ ਕਿਰਪਾ ਕਰੇ ਤਾਂ ਕਲਿਆਣ ਹੋ ਸਕਦੀ ਹੈ। ਨਹੀਂ ਤਾਂ ਐਸੇ ਜੀਵ 84 ਦੇ ਗੇੜ ਵਿੱਚ ਪੈ ਕੇ ਕਈ ਪ੍ਰਕਾਰ ਦੀਆਂ ਜੂਨਾਂ ਵਿੱਚ ਭਟਕਦੇ ਰਹਿੰਦੇ ਹਨ। ਜਹ ਪ੍ਰਸਾਦ ਧਰ ਉਪਰ ਸੁਖ ਬਸੈ, ਸੁਤ ਭਰਾਤ ਮੀਤ ਬਨਤਾ ਸੰਗ ਹਸੈ। ਜਹ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁਲਾ। ਜਹ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮਗਰੀ ਸੰਗ ਸਾਥ ਬਸਾ। ਦੀਨੇ ਹਸਤ ਪਾਉ ਕਰਨ ਨੇਤਰ ਰਸਨਾ, ਤਿਸੈ ਤਿਆਗ ਅਵਰ ਸੰਗ ਰਚਨਾ। ਐਸੇ ਦੋਖ ਮੂੜ ਅੰਧ ਬਿਆਪੇ, ਨਾਨਕ ਕਾਢ ਲਿਓ ਪ੍ਰਭ ਆਪੇ। ਜਿਹੇ यानी जिसदी प्रसाद यानी किरपा करके, धर यानी धरती,
सुत यानी पुत्र, बनता यानी स्त्री, पावक यानी अग्नि, अमूला यानी बिना मूलतों, सामग्री यानी पदार्थ, बसा यानी वसता है, हस्त यानी हाथ, पाओ यानी पैर, करण यानी कन, मूढ़ यानी अध मूर्खां ते अन्यां नूं, व्यापे यानी लगदे हन, जिह प्रसाद धर ऊपर मुख बसै, सुत भरात मीत बनता संग हसे। जिस दी ਕਿਰਪਾ ਕਰਕੇ ਤੂੰ ਧਰਤੀ ਉੱਤੇ ਸੁਖ ਨਾਲ ਵਸਦਾ ਹੈ, ਪ੍ਰਭੂ ਭਾਈ ਮਿੱਤਰ ਤੇ ਇਸਤਰੀ ਨਾਲ ਹੱਸਦਾ ਖੇਡਦਾ ਹੈ। ਜਿਹ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕੋ ਅਮੂਲਾ। ਜਿਸ ਦੀ ਕਿਰਪਾ ਨਾਲ ਤੂੰ ਠੰਡਾ ਜਲ ਪੀਂਦਾ ਹੈ, ਫਿਰ ਬਿਨਾਂ ਕਿਸੇ ਮੁੱਲ ਤੋਂ ਸੁਖ ਦੇਣ ਵਾਲੀ ਹਵਾ ਤੇ ਅੱਗ ਵਰਤਦਾ ਹੈ। ਜਿਹ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮਗਰੀ ਸੰਗ ਸਾਥ ਬਸਾ। ਜਿਸ ਦੀ ਕਿਰਪਾ ਨਾਲ ਸਾਰੇ ਰਸ ਆਨੰਦ ਭੋਗਦਾ ਹੈ, ਸਾਰੇ ਪਦਾਰਥਾਂ ਸਹਿਤ ਜਿਸ ਦੀ ਕਿਰਪਾ ਨਾਲ ਤੂੰ ਵਸ ਰਿਹਾ ਹੈ। ਦੀਨੇ ਹਸਤ ਪਾਉ ਕਰਨ ਨੇਤਰ ਰਸਨਾ, ਤਿਸੈ ਤਿਆਗ ਅਵਰ ਸੰਗ ਰਚਨਾ। ਜਿਸ ਨੇ ਤੈਨੂੰ ਹੱਥ, ਪੈਰ, ਕੰਨ, ਅੱਖਾਂ ਤੇ ਜੀਭਾ ਦਿੱਤੀ ਹੈ, ਉਸ ਨੂੰ ਛੱਡ ਕੇ ਹੋਰਨਾਂ ਨਾਲ ਪ੍ਰੀਤੀ ਕਰਨਾ ਠੀਕ ਨਹੀਂ ਹੈ, ਕਿਉਂਕਿ ਐਸੇ ਦੋਖ ਮੂੜ ਅੰਧ ਵਿਆਪੇ, ਨਾਨਕ ਕਾਢ ਲਿਓ ਪ੍ਰਭ ਆਪੇ। ਅਜਿਹੇ ਪਾਪ ਮੂਰਖਾਂ ਤੇ ਅੰਨ੍ਹਿਆਂ ਨੂੰ, ਜੋ ਸਮਝਦੇ ਤੇ ਵੇਖਦੇ ਨਹੀਂ, ਲੱਗਦੇ ਹਨ। ਹੇ ਵਾਹਿਗੁਰੂ, ਐਸੇ ਪਾਪੀਆਂ ਨੂੰ ਤੁਸੀਂ ਆਪ ਹੀ ਇਸ ਭਉਜਲ ਸੰਸਾਰ ਵਿੱਚੋਂ ਕੱਢ ਲਿਓ। ਤਾਤਪਰਯ ਇਹ ਹੈ, ਇਹ ਗੁਣਹੀਨ ਜੀਵ ਪਰਮਾਤਮਾ ਦੇ ਗੁਣਾਂ ਨੂੰ ਨਹੀਂ ਸਮਝਦਾ। ਇਸ ਪਦ ਵਿੱਚ ਉਹਨਾਂ ਗੁਣਾਂ ਦਾ ਸਪਸ਼ਟ ਵਰਣਨ ਕੀਤਾ ਗਿਆ ਹੈ, ਜੋ ਇਸ ਉੱਪਰ ਵਾਹਿਗੁਰੂ ਜੀ ਬਿਨਾਂ ਕਿਸੇ ਮੁੱਲ ਦੇ ਕਰ ਰਹੇ ਹਨ, ਅਤੇ ਜਿਨ੍ਹਾਂ ਨੂੰ ਇਹ ਮੂਰਖਾਂ ਅਤੇ ਅੰਨ੍ਹਿਆਂ ਦੀ ਤਰ੍ਹਾਂ ਕਿਸੇ ਗਿਣਤੀ ਵਿੱਚ ਨਹੀਂ ਲਿਆਉਂਦੇ। ਐਸੇ ਦੋਸ਼ੀਆਂ ਦਾ ਪਰਮਾਤਮਾ ਦੀ ਮਿਹਰ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੋ ਸਕਦਾ। ਆਦ ਅੰਤ ਜੋ ਰਾਖਨ ਹਾਰ, ਤਿਸ ਸੋ ਪ੍ਰੀਤ ਨਾ ਕਰੈ ਗਵਾਰ। ਜਾ ਕੀ ਸੇਵਾ ਨਉ ਨਿਧ ਪਾਵੈ, ਤਾਂ ਸੋ ਮੂੜਾ ਮਨ ਨਹੀਂ ਲਾਵੈ। ਜੋ ਠਾਕੁਰ ਸਦ ਸਦਾ ਹਜੂਰੇ, ਤਾਂ ਕੋ ਅੰਧਾ ਜਾਨਤ ਦੂਰੇ। ਜਾਂ ਕੀ ਟਹਿਲ ਪਾਵੈ ਦਰਗਹਿ ਮਾਨ, ਤਿਸੈ ਬਿਸਾਰੈ ਮੁਗਧ ਅਜਾਨ। ਸਦਾ ਸਦਾ ਇਹ ਭੂਲਣ ਹਾਰ, ਨਾਨਕ ਰਾਖਨ ਹਾਰ ਅਪਾਰ। ਨਵਨਿਧ ਯਾਨੀ 9 ਪ੍ਰਕਾਰ ਦੇ ਧਨ ਦੇ ਖਜ਼ਾਨੇ। ਮੂੜਾ ਯਾਨੀ ਮੂਰਖ। ਸਦ ਸਦਾ ਯਾਨੀ ਹਰ ਸਮੇਂ। ਬਿਸਾਰੇ ਯਾਨੀ ਭੁਲਾ ਛੱਡਦਾ ਹੈ। ਮੁਗਧ ਯਾਨੀ ਮਹਾਮੂਰਖ।
ਅਪਾਰ ਯਾਨੀ ਬੇਅੰਤ। ਆਦ ਅੰਤ ਜੋ ਰਾਖਨ ਹਾਰ, ਤਿਸ ਸੋ ਪ੍ਰੀਤ ਨਾ ਕਰੈ ਗਵਾਰ। ਜੋ ਪਰਮਾਤਮਾ ਜਨਮ ਤੋਂ ਲੈ ਕੇ ਮਰਨ ਪਰਯੰਤ ਇਸ ਦੀ ਰੱਖਿਆ ਕਰਨ ਵਾਲਾ ਹੈ, ਉਸ ਨਾਲ ਇਹ ਮੋਟੀ ਬੁੱਧੀ ਵਾਲਾ ਪ੍ਰੀਤੀ ਨਹੀਂ ਕਰਦਾ। ਜਾਂ ਕੀ ਸੇਵਾ ਨਉ ਨਿਧ ਪਾਵੈ, ਤਾਂ ਸੋ ਮੂੜਾ ਮਨ ਨਹੀਂ ਲਾਵੈ। ਜਿਸ ਦੀ ਸੇਵਾ ਕਰਕੇ 9 ਨਿਧੀਆਂ ਪ੍ਰਾਪਤ ਹੋ ਜਾਂਦੀਆਂ ਹਨ, ਉਸ ਨਾਲ ਇਹ ਮੂਰਖ ਮਨ ਨਹੀਂ ਲਾਉਂਦਾ। ਜੋ ਠਾਕੁਰ ਸਦ ਸਦਾ ਹਜੂਰੇ, ਤਾਂ ਕੋ ਅੰਧਾ ਜਾਣਤ ਦੂਰੇ। ਜੋ ਮਾਲਕ ਹਰ ਸਮੇਂ ਅੰਗ ਸੰਗ ਹੈ, ਉਸ ਨੂੰ ਇਹ ਅੰਨਾ ਦੂਰ ਜਾਣਦਾ ਹੈ। ਜਾ ਕੀ ਟਹਿਲ ਪਾਵੈ ਦਰਗਹਿ ਮਾਨ, ਤਿਸੈ ਬਿਸਾਰੈ ਮੁਗਧ ਅਜਾਨ। ਜਿਸ ਦੀ ਸੇਵਾ ਕਰਕੇ ਦਰਗਾਹ ਵਿੱਚ ਮਾਣ ਪ੍ਰਾਪਤ ਹੁੰਦਾ ਹੈ, ਉਸ ਨੂੰ ਇਹ ਗਿਆਨਹੀਨ ਮਹਾਮੂਰਖ ਭੁਲਾ ਛੱਡਦਾ ਹੈ। ਸਦਾ ਸਦਾ ਇਹ ਭੁੱਲਣ ਹਾਰ, ਨਾਨਕ ਰਾਖਨ ਹਾਰ ਅਪਾਰ। ਇਹ ਜੀਵ ਸਦਾ ਭੁੱਲਣ ਹਾਰ ਹੈ। ਗੁਰੂ ਜੀ ਸਮਝਾਉਂਦੇ ਹਨ, ਇਸ ਨੂੰ ਬਖਸ਼ਣ ਵਾਲਾ ਪਰਮਾਤਮਾ ਬੇਅੰਤ ਹੈ। ਤਾਤਪਰਯ ਇਹ ਹੈ, ਇਹ ਜੀਵ ਐਸਾ ਮਤਹੀਣ ਹੈ ਕਿ ਜੋ ਮਾਲਕ ਇਸ ਦੇ ਸਦਾ ਹੀ ਅੰਗ ਸੰਗ ਹੋ ਕੇ ਇਸ ਦੀ ਜਨਮ ਤੋਂ ਮਰਨ ਪਰ ਯਤਨ ਰੱਖਿਆ ਕਰਦਾ ਹੈ, ਜਿਸ ਦੀ ਸੇਵਾ ਭਗਤੀ ਕਰਕੇ ਇਸ ਨੂੰ ਸਭ ਪਦਾਰਥ ਪ੍ਰਾਪਤ ਹੁੰਦੇ ਹਨ, ਉਸ ਨਾਲ ਇਹ ਆਪਣੇ ਚਿੱਤ ਨੂੰ ਨਹੀਂ ਜੋੜਦਾ, ਸਗੋਂ ਉਸ ਨੂੰ ਵਿਸਾਰ ਕੇ ਇਸਤਰੀ ਪੁੱਤਰ ਆਦਿਕ ਸੰਬੰਧੀਆਂ ਤੇ ਹੋਰ ਤੁੱਛ ਪਦਾਰਥਾਂ ਨਾਲ ਰਾਤ ਦਿਨੇ ਪ੍ਰੇਮ ਕਰਦਾ ਹੈ। ਐਸੇ ਗੁਨਾਹਗਾਰ ਤੇ ਕੇਵਲ ਪਰਮਾਤਮਾ ਆਪ ਹੀ ਬਖਸ਼ ਕਰਦਾ ਹੈ, ਕਿਉਂਕਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੀਆਂ ਗੁਣ ਦੇ ਅਨੁਸਾਰ ਜੀਵਾਂ ਦੀਆਂ ਭੁੱਲਾਂ ਬਖਸ਼ ਕੇ ਪ੍ਰਭੂ ਸਦਾ ਹੀ ਪਰਉਪਕਾਰੀ ਹੈ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਚੰਦਨ ਲੇਪ ਉਤਾਰੈ ਧੋਈ, ਗਰਧਬ ਪ੍ਰੀਤ ਭਸਮ ਸੰਗ ਹੋਈ। ਅੰਧਕੂਪ ਮੈਂ ਪਤਤ ਬਿਕਰਾਲ, ਨਾਨਕ ਕਾਢ ਲਿਓ ਪ੍ਰਭ ਦਿਆਲ। ਰਤਨ ਯਾਨੀ ਅਮੋਲਕ ਵਸਤੂ ਨਾਮ, ਕੌਡੀ ਯਾਨੀ ਤੁੱਛ ਵਸਤੂ ਮਾਇਆ, ਮਚੈ ਯਾਨੀ ਪ੍ਰੇਮ ਕਰ ਰਿਹਾ ਹੈ, ਪਰਾਨੈ ਯਾਨੀ ਪਛਤਾਉਂਦਾ ਹੈ, ਪਰ ਹਰੈ ਯਾਨੀ ਛੱਡ ਦਿੰਦਾ ਹੈ, ਲੇਪ ਯਾਨੀ ਲੇਪਣਾ, ਗਰਧਬ ਯਾਨੀ ਖੋਤਾ, ਭਸਮ ਯਾਨੀ ਸੁਆ, ਅੰਧਕੂਪ ਯਾਨੀ ਅੰਨਾ ਖੂਹ, ਪਤਤ ਯਾਨੀ ਡਿੱਗ ਰਿਹਾ ਹੈ, ਬਿਕਰਾਲ ਯਾਨੀ ਭਿਆਨਕ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਨਾਮ ਰਤਨ ਨੂੰ ਛੱਡ ਕੇ ਮਾਇਆ ਕੌਡੀ ਨਾਲ
ਰਚ ਰਿਹਾ ਹੈ। ਸੱਚੇ ਨਾਮ ਨੂੰ ਛੱਡ ਕੇ ਝੂਠੇ ਪਦਾਰਥਾਂ ਨਾਲ ਪ੍ਰੇਮ ਹੈ। ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਜੋ ਸਰੀਰ ਛੱਡ ਜਾਂਦਾ ਹੈ ਉਸ ਨੂੰ ਸਥਿਰ ਮੰਨਦਾ ਹੈ, ਜੋ ਹੋਣਾ ਹੈ ਉਸ ਨੂੰ ਦੂਰ ਪਛਾਣਦਾ ਹੈ, ਅਰਥਾਤ ਹੋਣ ਵਾਲੀ ਮੌਤ ਨੂੰ ਯਾਦ ਨਹੀਂ ਰੱਖਦਾ। ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਜੋ ਪਦਾਰਥ ਛੱਡ ਜਾਣੇ ਹਨ ਉਹਨਾਂ ਵਾਸਤੇ ਕਸ਼ਟ ਕਰਦਾ ਹੈ। ਜੋ ਪਰਮਾਤਮਾ ਸੰਗੀ ਸਾਥੀ ਹੈ ਉਸ ਨੂੰ ਵਿਸਾਰ ਛੱਡਦਾ ਹੈ। ਚੰਦਨ ਲੇਪ ਉਤਾਰੈ ਧੋਏ, ਗਰਧਬ ਪ੍ਰੀਤ ਭਸਮ ਸੰਗ ਹੋਏ। ਚੰਦਨ ਦੇ ਲੇਪ ਧੋ ਕੇ ਉਤਾਰ ਦਿੰਦਾ ਹੈ। ਖੋਤੇ ਦੀ ਪ੍ਰੀਤ ਸੁਆਹ ਨਾਲ ਹੁੰਦੀ ਹੈ। ਅੰਧਕੂਪ ਮੈਂ ਪਤਤ ਬਿਕਰਾਲ, ਨਾਨਕ ਕਾਢ ਲਿਓ ਪ੍ਰਭ ਦਿਆਲ। ਇਹ ਜੀਵ ਭਿਆਨਕ ਅੰਨੇ ਖੂਹ ਵਿੱਚ ਡਿੱਗ ਰਿਹਾ ਹੈ। ਹੇ ਸਿਰਜਣਹਾਰ ਪ੍ਰਭੂ ਜੀ, ਇਸ ਨੂੰ ਕੱਢ ਲਓ। ਗੁਰੂ ਜੀ ਕਥਨ ਕਰਦੇ ਹਨ, ਖੋਤੇ ਦੀ ਤਰ੍ਹਾਂ ਇਹ ਜੀਵ ਐਸਾ ਭੁੱਲੜ ਹੋ ਗਿਆ ਹੈ, ਜੋ ਇਸ ਦੇ ਲਾਭ ਵਾਲੀ ਚੀਜ਼ ਹੈ ਉਸ ਨੂੰ ਛੱਡ ਕੇ ਘਾਟੇ ਵਾਲੀਆਂ ਚੀਜ਼ਾਂ ਨੂੰ ਪਕੜ ਰਿਹਾ ਹੈ। ਪਰਮਾਤਮਾ ਦਾ ਨਾਮ ਜੋ ਅੰਤ ਤੱਕ ਇਸ ਦਾ ਸਹਾਇਤਾ ਕਰਨ ਵਾਲਾ ਹੈ, ਉਸ ਨੂੰ ਵਿਸਾਰ ਕੇ ਨਾਸਵੰਤ ਸਰੀਰ ਜਗਤ ਅਤੇ ਜਗਤ ਦੇ ਪਦਾਰਥਾਂ ਨਾਲ ਪ੍ਰੀਤੀ ਕਰ ਰਿਹਾ ਹੈ। ਇਹ ਲੱਛਣ ਇਸ ਦੇ ਭਿਆਨਕ ਅੰਨੇ ਖੂਹ ਵਿੱਚ ਡਿੱਗਣ ਦੇ ਤੁੱਲ ਹਨ, ਜਿੱਥੇ ਡਿੱਗ ਕੇ ਨਿਕਲਣ ਦੀ ਕੋਈ ਆਸ ਨਹੀਂ ਹੁੰਦੀ। ਪਰਮਾਤਮਾ ਹੀ ਕੱਢੇ ਤਾਂ ਨਿਕਲ ਸਕਦਾ ਹੈ। ਹੋਈਆਂ ਗਲਤੀਆਂ ਸਾਧ ਸੰਗਤ ਜੀ ਮਾਫ਼ ਕਰਨਾ। ਗੁਰਬਾਣੀ ਨਾਲ ਜੁੜੋ, ਗੁਰੂ ਦੀ ਉਪਮਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।